ਸਤਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉ ਬੁਲਾਵ ਹੈ ਤਿਉ ਬੋਲੈ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਜਾਗਤ ਜੋਤ ਜਗਤ ਗੁਰੂ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਦੇ ਸਦਕਾ ਅੰਮ੍ਰਿਤ ਵੇਲੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੁੰਦਿਆਂ ਸਮੁੱਚੀ ਮਨੁੱਖਤਾ ਨੂੰ ਅਗਵਾਈ ਬਖਸ਼ਿਸ਼ ਕਰਦਿਆਂ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦਾ ਮੂਲ ਪਾਠ ਆਪ ਜੀ ਨੇ ਅੰਮ੍ਰਿਤ ਵੇਲੇ ਵੀ ਹੁਣ ਵੀ ਸਰਵਣ ਕੀਤਾ ਹੈ। ਇਹ ਅੰਮ੍ਰਿਤਮਈ ਬਚਨ ਦੀਨ ਦੁਨੀਨ ਦੇ ਥੰਮ ਚੌਥੇ ਪਾਤਸ਼ਾਹ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਸੋਰਠ ਰਾਗ ਦੀ ਵਾਰ, ਜਿਸ ਵਿੱਚ 11ਵੀਂ ਪੌੜੀ, ਉਸ ਤੋਂ ਪਹਿਲਾਂ ਪੌੜੀ ਦੀ ਵਿਆਖਿਆ ਕਰਦੇ ਹੋਏ ਦੋ ਸ਼ਲੋਕ ਤੀਸਰੇ ਗੁਰਦੇਵ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਇਹ ਸਮੁੱਚਾ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 646 ਅਤੇ 647 ਤੇ ਸ਼ੋਭਨੀਕ ਹੈ। ਵਾਰਾਂ ਦਾ ਮੂਲ ਸਰੂਪ ਪੌੜੀਆਂ ਹੋਣ ਕਰਕੇ ਇਹ ਵਾਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ। ਸਤਿਗੁਰੂ ਜੀ ਨੇ ਇਸ ਸਮੁੱਚੇ ਸ਼ਬਦ ਵਿੱਚ ਮਨੁੱਖ ਨੂੰ ਆਪਣੇ ਨਿੱਜੀ ਜੀਵਨ ਵਿੱਚੋਂ ਹੰਕਾਰ, ਵਿਸ਼ੇ ਵਿਕਾਰ, ਔਗਣ, ਬੁਰਿਆਈਆਂ, ਧੱਕੇਸ਼ਾਹੀ, ਭਟਕਣਾ ਤਿਆਗ ਕੇ ਮਨੁੱਖਾ ਜੀਵਨ ਨੂੰ ਸਵਾਰਨ ਦੀ ਜੋ ਪ੍ਰੇਰਨਾ ਹੈ ਉਹ ਬਖਸ਼ਿਸ਼ ਕੀਤੀ ਹੈ। ਜਗਿਆਸੂ ਰੂਪ ਵਿੱਚ ਸਤਿਗੁਰੂ ਜੀ ਜਿਵੇਂ ਮਨੁੱਖ ਨੂੰ ਕਿਤੇ ਭਾਈ ਰੇ ਕਹਿ ਕੇ ਸੰਬੋਧਨ ਕਰਦੇ ਨੇ, ਕਿਤੇ ਆਖਦੇ ਨੇ ਆਵੋ ਭੈਣੇ, ਇਸੇ ਤਰ੍ਹਾਂ ਜਗਿਆਸੂ ਨੂੰ ਕਿਤੇ ਗਿਆਨੀ ਕਿਹਾ, ਗਿਆਨੀ ਗੁਰ ਬਿਨ ਭਗਤ ਨ ਹੋਏ। ਕਿਤੇ ਪੰਡਤ ਸ਼ਬਦ ਵੀ ਵਰਤਿਆ, ਪੰਡਤ ਦਈ ਵਲੋਈਐ ਭਾਈ। ਇਸੇ ਤਰ੍ਹਾਂ ਅੱਜ ਸ਼ਬਦ ਵਰਤਿਆ ਸ਼ੇਖ। ਸ਼ੇਖ ਸ਼ਬਦ ਮੁਸਲਮਾਨਾਂ ਅੰਦਰ ਇੱਕ ਖਾਸ ਫਿਰਕੇ ਵਾਸਤੇ ਵੀ ਵਰਤਿਆ ਜਾਂਦਾ ਹੈ, ਜਿਵੇਂ ਸ਼ੇਖ ਬ੍ਰਹਮ, ਸ਼ੇਖ ਬਹਿਲੋਲ, ਸ਼ੇਖ ਸਰਫ ਔਰ ਸ਼ੇਖ ਬਾਬਾ ਫਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅੰਕਿਤ ਹੈ। ਇੱਕ ਸ਼ੇਖ ਸ਼ਬਦ ਉੱਥੇ ਵੀ ਵਰਤਿਆ ਜਾਂਦਾ ਹੈ ਜਦੋਂ ਕੋਈ ਮਨੁੱਖ ਸ਼ੇਖੀਆਂ ਮਾਰਦਾ ਹੈ, ਚਲਾਕੀਆਂ ਕਰਦਾ ਹੈ, ਧੱਕੇਸ਼ਾਹੀ ਕਰਦਾ ਹੈ, ਕਿਸੇ ਦੀ ਚੁੱਕਣਾ ਵਿੱਚ ਆ ਕੇ ਕ੍ਰੋਧਿਤ ਹੁੰਦਾ ਹੈ, ਆਪਣੇ ਮਨ ਨੂੰ ਕਾਬੂ ਕਰਨ ਦੀ ਬਜਾਏ ਆਪਣੇ ਕ੍ਰੋਧ ਦੁਆਰਾ ਦੂਸਰਿਆਂ ਨੂੰ ਦੁੱਖ ਦੇਣ ਦਾ ਕਾਰਨ ਬਣਦਾ ਹੈ। ਸਤਿਗੁਰੂ ਜੀ ਨੇ ਇੱਥੇ ਸ਼ਬਦ ਵਰਤਿਆ ਸ਼ੇਖਾ ਚਉ ਚੱਕਿਆ ਚਉ ਵਾਇਆ, ਇਹ ਮਨ ਇਕਤ ਘਰ ਆਣ।
ਮਹਾਨ ਕੋਸ਼ ਅੰਦਰ ਭਾਈ ਕਾਨ ਸਿੰਘ ਜੀ ਨਾਭਾ ਨੇ ਚਉ ਚੱਕਿਆ ਚਉ ਵਾਇਆ ਦੇ ਅਰਥ ਕੀਤੇ ਨੇ। ਜਿਹੜਾ ਬੰਦਾ ਚਾਰ ਬੰਦਿਆਂ ਦੀ ਚੁੱਕਣਾ ਵਿੱਚ ਆ ਜਾਵੇ, ਚਉ ਚੱਕਿਆ ਜਿਨ੍ਹਾਂ ਨੂੰ ਕੋਈ ਚਾਰ ਬੰਦੇ ਕੋਈ ਗੱਲ ਕਹਿ ਦੇਣ, ਚੁੱਕ ਦੇਣ, ਉਹ ਚੁੱਕਣਾ ਵਿੱਚ ਆ ਕੇ ਘਰ ਵਿੱਚ ਮਾਂ ਨਾਲ ਲੜੇ, ਪਿਤਾ ਨਾਲ ਝਗੜਾ ਕਰੇ, ਘਰ ਵਾਲੀ ਨਾਲ ਝਗੜੇ, ਉਹ ਮਨੁੱਖ ਚਾਰ ਬੰਦਿਆਂ ਦੀ ਚੁੱਕਣਾ ਵਿੱਚ ਆ ਕੇ ਕ੍ਰੋਧਿਤ ਹੋ ਕੇ ਕਿਸੇ ਨਾਲ ਕੋਈ ਲੜਾਈ ਝਗੜਾ ਕਰੇ। ਚਉਵਾਇਆ ਦਾ ਅਰਥ ਕਿ ਇੰਜ ਕਹਿ ਲਈਏ ਕਿ ਚਾਰ ਕ ਬੰਦਿਆਂ ਨੇ ਜਿਵੇਂ ਕੋਈ ਗੱਲ ਕਹੀ ਤੇ ਉਹਨਾਂ ਦੇ ਮੁਤਾਬਕ ਹੀ ਉਹਨੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ। ਜਿਹੜਾ ਚਾਰ ਬੰਦਿਆਂ ਦੀ ਚੁੱਕਣਾ ਵਿੱਚ ਆ ਕੇ ਜਿਵੇਂ ਉਹ ਵਜਾਉਣ ਉਵੇਂ ਵੱਜਣ ਲੱਗ ਪਵੇ, ਚਉਵਾਇਆ। ਸਮੁੱਚੇ ਰੂਪ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਅਰਥ ਕੀਤੇ ਨੇ ਕਿ ਹੇ ਕਿਸੇ ਦੇ ਚੁੱਕੇ ਚੁਕਾਏ ਸ਼ੇਖ, ਤੂੰ ਭਟਕਣਾ ਵਿੱਚ ਪੈ ਕੇ ਕ੍ਰੋਧਿਤ ਹੋ ਕੇ ਆਪਣਾ ਜੀਵਨ ਵਿਅਰਥ ਨਾ ਗਵਾ, ਸਗੋਂ ਇਸ ਭਟਕਦੇ ਹੋਏ ਮਨ ਨੂੰ ਟਿਕਾਣੇ ਸਿਰ ਲਿਆ, ਇਹਨੂੰ ਇੱਕ ਪ੍ਰਭੂ ਦੇ ਨਾਲ ਜੋੜ ਤਾਂ ਕਿ ਤੇਰਾ ਇਹ ਮਨੁੱਖਾ ਜੀਵਨ ਜਿਹੜਾ ਹੈ ਉਹ ਸਫਲਾ ਹੋ ਸਕੇ। ਬਿਹਾਗੜਾ ਰਾਗ ਦੀ ਵਾਰ ਵਿੱਚ ਵੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਸ਼ਲੋਕ ਹੈ, ਉਹਦੇ ਵਿੱਚ ਵੀ ਸਤਿਗੁਰਾਂ ਨੇ ਇਵੇਂ ਹੀ ਸੰਬੋਧਨ ਕੀਤਾ ਹੈ, ਸ਼ੇਖਾ ਅੰਦਰੋਂ ਜੋਰ ਛੱਡ, ਤੂੰ ਭਉ ਘਰ ਝੱਲ ਗਵਾਏ, ਗੁਰ ਕੈ ਭੈ ਕੀਤੇ ਨਿਸਤਰੇ, ਭੈ ਵਿੱਚ ਨਿਰਭਉ ਪਾਏ। ਹੇ ਸ਼ੇਖ, ਤੂੰ ਆਪਣੇ ਅੰਦਰੋਂ ਜ਼ੋਰ, ਆਪਣੇ ਅੰਦਰੋਂ ਹੱਠ, ਆਪਣੇ ਅੰਦਰੋਂ ਹੰਕਾਰ ਵਾਲੀ ਧੱਕੇਸ਼ਾਹੀ ਇਹ ਛੱਡ ਤੇ ਗੁਰੂ ਦੇ ਭਉ ਵਿੱਚ, ਗੁਰੂ ਦੇ ਡਰ ਵਿੱਚ ਤੁਰ। ਇਵੇਂ ਤੇਰੀ ਜ਼ਿੰਦਗੀ ਦਾ ਜਿਹੜਾ ਝੱਲਪੁਣਾ ਹੈ ਨਾ, ਕਿ ਐਵੇਂ ਹੀ ਦੋ ਬੰਦਿਆਂ ਦੇ ਚਾਰ ਬੰਦਿਆਂ ਦੇ ਚੁੱਕੇ ਚੁਕਾਏ ਆ ਕੇ ਘਰ ਪਰਿਵਾਰ ਨਾਲ ਝਗੜਾ ਕਰਨ ਲੱਗ ਪੈਣਾ, ਲੋਕਾਂ ਨੂੰ ਗਾਲਾਂ ਕੱਢਣ ਲੱਗ ਪੈਣਾ, ਲੋਕਾਂ ਦਾ ਹੱਕ ਖੋਹਣ ਲੱਗ ਪੈਣਾ, ਤੇ ਫਿਰ ਕਹਿੰਦਾ ਵੇਖੋ ਜੀ ਮੈਂ ਤਾਂ ਅੱਜ ਆਪਣੀ ਘਰ ਵਾਲੀ ਨੂੰ ਬੜਾ ਕੁੱਟਿਆ ਤੇ ਮੈਂ ਬੜਾ ਬਲਵਾਨ ਹਾਂ। ਸਾਹਿਬ ਕਹਿੰਦੇ ਨਹੀਂ, ਤੂੰ ਤੇ ਝੱਲਾ, ਤੂੰ ਚਾਰ ਬੰਦਿਆਂ ਦੀ ਚੁੱਕਣਾ ਵਿੱਚ ਆ ਕੇ ਆਪਣੇ ਘਰ ਵਿੱਚ ਖਲਲ ਪਾ ਲਿਆ। ਤੂੰ ਚਾਰ ਬੰਦਿਆਂ ਨੇ ਜਿਵੇਂ ਤੈਨੂੰ ਕਿਹਾ ਉਹਨਾਂ ਦੇ ਬੁਲਾਇਆ ਉਵੇਂ ਤੂੰ ਬੋਲਿਆ, ਤੂੰ ਘਰ ਆਣ ਕੇ ਸੂਰਮਤਾਈ ਕਰਨ ਲੱਗਾ। ਅਸਲ ਵਿੱਚ ਇਹ ਸੂਰਮਤਾਈ ਨਹੀਂ, ਇਹ ਤੇਰਾ ਝੱਲਪੁਣਾ ਹੈ। ਜੇ ਚਾਹੁੰਦਾ ਕਿ ਤੇਰੀ ਜ਼ਿੰਦਗੀ ਦਾ ਇਹ ਝੱਲਪੁਣਾ ਖਤਮ ਹੋਵੇ ਤੇ ਫਿਰ ਕੀ ਕਰ, ਸ਼ੇਖਾ ਅੰਦਰੋਂ ਜ਼ੋਰ ਛੱਡ। ਆ ਜਿਹੜਾ ਧੱਕੇਸ਼ਾਹੀ ਵਾਲਾ ਜ਼ੋਰ ਹੈ, ਜਿਹੜਾ ਹੱਠ ਹੈ ਨਾ ਤੇਰੇ ਅੰਦਰ, ਵੀ ਸ਼ਾਇਦ ਮੈਂ ਇਵੇਂ ਸੂਰਮਾ ਹੋ ਜਾਵਾਂਗਾ, ਕਿਸੇ ਦਾ ਹੱਕ ਖੋਹ ਕੇ, ਕਿਸੇ ਨੂੰ ਚਾਰ ਗਾਲਾਂ ਕੱਢ ਕੇ, ਕਿਸੇ ਨਾਲ ਧੱਕਾ ਕਰਕੇ, ਨਹੀਂ। ਸ਼ੇਖਾ ਅੰਦਰੋਂ ਜ਼ੋਰ ਛੱਡ, ਤੂੰ ਭਉ ਘਰ ਝੱਲ ਗਵਾਏ। ਤੂੰ ਗੁਰੂ ਦੇ ਭਉ ਵਿੱਚ, ਗੁਰੂ ਦੇ ਡਰ ਵਿੱਚ, ਗੁਰੂ ਦੇ ਹੁਕਮ ਵਿੱਚ, ਗੁਰੂ ਦੀ ਮਰਿਆਦਾ ਵਿੱਚ ਤੁਰ। ਇਵੇਂ ਤੇਰੀ ਜ਼ਿੰਦਗੀ ਦਾ ਜਿਹੜਾ ਝੱਲਪੁਣਾ ਹੈ ਨਾ, ਇਹ ਖਤਮ ਹੋਵੇਗਾ। ਕਿਉਂਕਿ ਗੁਰ ਕੇ ਭੈ ਕੀਤੇ ਨਿਸਤਰੇ, ਗੁਰੂ ਦੇ ਭੈ ਵਿੱਚ ਤੁਰਨ ਵਾਲੇ ਪਤਾ ਨਹੀਂ ਕਿੰਨੇ ਕੁ ਭਾਵ ਸਾਗਰ ਤੋਂ ਪਾਰ ਹੋ ਗਏ ਨੇ। ਅਸਲ ਵਿੱਚ ਗੁਰੂ ਦਾ ਭੈ ਹੀ ਸਾਨੂੰ ਨਿਰਭਉ ਪ੍ਰਭੂ ਨਾਲ ਜੋੜਦਾ ਹੈ। ਭੈ ਵਿੱਚ ਨਿਰਭਉ ਪਾਏ, ਨਿਰਭਉ ਜਪੈ ਸਗਲ ਭਉ ਮਿਟੈ, ਡੱਡਾ ਡਰ ਉਪਜੈ ਡਰ ਜਾਏ। ਆਪਣੀ ਜ਼ਿੰਦਗੀ ਵਿੱਚ ਗੁਰੂ ਦਾ, ਪਰਮੇਸ਼ਰ ਦਾ ਡਰ ਰੱਖ, ਤੇਰੀ ਜ਼ਿੰਦਗੀ ਦੇ तमाम ਡਰ ਖਤਮ ਹੋ ਜਾਣਗੇ। ਤੂੰ ਦੂਜਿਆਂ ਤੋਂ ਡਰਦਾ ਹੋਇਆ ਹੀ ਦੂਜਿਆਂ ਨੂੰ ਡਰਾਉਣ ਦਾ ਯਤਨ ਕਰਦਾ, ਤੇ ਜਦੋਂ ਨਿਰਭਉ ਨਾਲ ਜੁੜੇਗਾ ਤੇ ਫਿਰ ਤੇਰੀ ਅਵਸਥਾ ਇਸ ਤਰ੍ਹਾਂ ਦੀ ਬਣ ਜਾਵੇਗੀ, ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ। ਨਾ ਕਿਸੇ ਦਾ ਡਰ ਮੰਨੇਗਾ, ਨਾ ਤੂੰ ਕਿਸੇ ਨੂੰ ਡਰ ਦਵੇਂਗਾ। ਇਸ ਕਰਕੇ ਗਰੀਬ ਨਵਾਜ ਜੀ ਨੇ ਸਿੱਖਿਆ ਦਿੱਤੀ, ਕਹਿਣ ਲੱਗੇ, ਹੇ ਸ਼ੇਖ, ਹੇ ਦੂਜਿਆਂ ਤੇ ਧੱਕਾ ਕਰਨ ਵਾਲੇ ਮਨੁੱਖ, ਆਪਣੇ ਅੰਦਰੋਂ ਇਸ ਤਰ੍ਹਾਂ ਤੂੰ ਜਿਹੜਾ ਦੂਜਿਆਂ ਤੇ ਧੱਕਾ ਕਰਨ ਵਾਲਾ ਸੁਭਾਅ ਹੈ ਇਹਨੂੰ ਤਿਆਗ ਤੇ ਆਪਣੇ ਮਨ ਨੂੰ ਤੂੰ
ਟਿਕਾਣੇ ਸਿਰ ਲਿਆ, ਫਿਰ ਤੈਨੂੰ ਅੰਦਰ ਦਾ ਰਸ ਜਿਹੜਾ ਉਹ ਪ੍ਰਾਪਤ ਹੋਵੇਗਾ। ਹੁਣ ਇਸ ਮਨ ਦੀ ਜਿਹੜੀ ਅਵਸਥਾ ਹੈ, ਗੁਰੂ ਕੀ ਬਾਣੀ ਨੇ ਬਿਆਨ ਕੀਤੀ ਕਿ ਇਹ ਮਨ ਇੱਕ ਪੰਖੀ ਦੀ ਤਰ੍ਹਾਂ ਹੈ। ਜਿਵੇਂ ਪੰਛੀ ਜਿਹੜੇ ਦਰਖਤ ਤੇ ਬੈਠਦਾ ਹੈ, ਉਹਨੂੰ ਉਸੇ ਦਰਖਤ ਦਾ ਖਾਣ ਵਾਸਤੇ ਫਲ ਮਿਲੇਗਾ। ਅੱਜ ਸਾਡੀ ਹਾਲਤ ਇਹ ਹੈ, ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਉ। ਸਾਰੀ ਉਮਰ ਤਾਂ ਨਸ਼ਿਆਂ ਵਿੱਚ ਗਲਤਾਨ, ਤੇ ਅਖੀਰ ਤੇ ਫਿਰ ਕਹਿੰਦਾ ਮੈਨੂੰ ਅੰਮ੍ਰਿਤ ਰੂਪੀ ਮੁਕਤੀ ਮਿਲ ਜਾਏ। ਅੰਮ੍ਰਿਤ ਰੂਪੀ ਮੁਕਤੀ ਤੇ ਤਾਂ ਹੀ ਮਿਲੇਗੀ ਜੇ ਅੰਮ੍ਰਿਤ ਬੀਜੇਗਾ, ਤੇ ਜੇ ਸਾਰੀ ਉਮਰ ਵੇਖੀ ਬੀਜਦਾ ਰਿਹਾ, ਜ਼ਹਿਰ ਰੂਪੀ ਨਸ਼ਿਆਂ ਵਿੱਚ ਹੀ ਗਲਤਾਨ ਰਿਹਾ। ਆ ਪੰਜਾਬੀਆਂ ਦੀ ਤਾਂ ਇਹ ਹਾਲਤ ਹੈ ਕਿ ਲੋਹੜੀ ਵਾਲੀ ਰਾਤ ਸ਼ਰਾਬ ਵਿੱਚ ਨਹਾਉਂਦੇ ਨੇ ਤੇ ਅਗਲੇ ਦਿਨ ਪੁੱਛਦੇ ਨੇ ਵੀ ਹੁਣ ਮਾਘੀ ਦਾ ਇਸ਼ਨਾਨ ਕਿੱਥੇ ਕਰੀਏ। ਤੇ ਗਰੀਬ ਨਵਾਜ ਜੀ ਨੇ ਪਾਵਨ ਬਾਣੀ ਵਿੱਚ ਬਚਨ ਵੀ ਕਹੇ ਕਿ ਪਾਪ ਕਰੈ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੈ ਸਭ ਉਤਰੈ, ਬੌਰ ਕਮਾਵੈ ਹੋਏ ਨਸੰਕ, ਜੰਪੁਰ ਬਾਦ ਖਰੇ ਕਲੰਕ। ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਹਾਤਿਆਂ, ਦੋਏ ਪਾ ਚੜੀਏ ਸਹੋਰ, ਬਾਹਰੋਂ ਧੋਤੀ ਤੂੰਬੜੀ, ਅੰਦਰ ਵੇਸਨ ਕੋਰ, ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾ ਚੋਰ। ਗਰੀਬ ਨਵਾਜ ਕਹਿੰਦੇ ਜਦੋਂ ਅੰਦਰ ਦਾ ਤੂੰ ਵਲ ਛਲ ਨਹੀਂ ਛੱਡਦਾ, ਜਦੋਂ ਤੱਕ ਆਪਣੇ ਮਨ ਨੂੰ ਟਿਕਾਉਂਦਾ ਨਹੀਂ, ਬਾਹਰੋਂ ਤੁਮੇ ਨੂੰ ਜਿੰਨਾ ਮਰਜ਼ੀ ਧੋ ਲਈਏ, ਲੌਕੀ 8-60 ਤੀਰਥ ਨਹਾਈ, ਕੌਰਾਪਨ ਤਉ ਨਾ ਜਾਈ। ਇਸ ਕਰਕੇ ਗਰੀਬ ਨਵਾਜ ਜੀ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਇਸ ਮਨ ਨੂੰ ਟਿਕਾ ਵਿੱਚ ਲਿਆ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ, ਸੋ ਤੈਸੋ ਫਲ ਖਾਏ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਹੁਣ ਇਸ ਮਨ ਦੀ ਭਟਕਣਾ ਨੂੰ ਜੇ ਟਿਕਾ ਵਿੱਚ ਲਿਆਉਣਾ ਹੋਵੇ ਤੇ ਕੀ ਕਰਨਾ ਚਾਹੀਦਾ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਤਰੀਕਾ ਦੱਸਿਆ, ਉਦਾਹਰਨਾਂ ਉਹਨਾਂ ਦੁਨਿਆਵੀ ਦਿੱਤੀਆਂ ਨੇ। ਪਹਿਲੀ ਉਦਾਹਰਨ ਦਿੱਤੀ ਇੱਕ ਪਤੰਗ ਦੀ, ਜਿਹਨੂੰ ਆਮ ਪੰਜਾਬੀ ਬੋਲੀ ਵਿੱਚ ਆਪਾਂ ਗੁੱਡੀ ਵੀ ਕਹਿ ਦਿੰਦੇ ਹਾਂ। ਅਸਮਾਨ ਵਿੱਚ ਜਦੋਂ ਬੱਚੇ ਪਤੰਗ ਉਡਾਉਂਦੇ ਨੇ ਤੇ ਆਮ ਕਰਕੇ ਕਈ ਵਾਰ ਸ਼ਬਦ ਵਰਤੇ ਜਾਂਦੇ ਨੇ, ਵੇਖੋ ਗੁੱਡੀ ਪਤੰਗ ਉੱਡ ਰਹੀ ਹੈ। ਭਾਈ ਸਾਹਿਬ ਜੀ ਨੇ ਸ਼ਬਦ ਵਰਤਿਆ, ਕਹਿਣ ਲੱਗੇ ਪਵਨ ਗਵਨ ਜੈਸੇ ਗੁੱਡੀਆ ਉੱਡਤ ਰਹੈ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਜਿਵੇਂ ਹਵਾ ਚੱਲਦੀ ਹੋਵੇ ਤੇ ਗੁੱਡੀ ਅਸਮਾਨ ਵਿੱਚ ਉੱਡਦੀ ਹੈ, ਜੇ ਹਵਾ ਰੁਕ ਗਈ ਤੇ ਉਹ ਪਤੰਗ ਉੱਡ ਨਹੀਂ ਸਕਦੀ। ਸਾਡਾ ਮਨ ਪਤੰਗ ਵਰਗਾ, ਤੇ ਜਦੋਂ ਤੱਕ ਤ੍ਰਿਸ਼ਨਾ ਰੂਪੀ ਹਵਾ ਚੱਲਦੀ ਰਹੇਗੀ ਇਹ ਮਨ ਟਿਕੇਗਾ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਿਰਣੈ, ਸਾਧੋ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਣਤੇ ਥਿਰ ਨਾ ਰਹਾਈ। ਸਾਹਿਬ ਜੀ ਨੇ ਤਰੀਕਾ ਦੱਸਿਆ, ਕਹਿਣ ਲੱਗੇ ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਵਿਸ਼ਰਾਮ। ਜਦੋਂ ਮੈਂ ਤ੍ਰਿਸ਼ਨਾ ਤੋਂ ਉੱਪਰ ਉੱਠ ਕੇ ਪਰਮੇਸ਼ਰ ਦਾ ਨਾਮ ਧਨ ਪ੍ਰਾਪਤ ਕੀਤਾ, ਕਹਿੰਦੇ ਭਟਕਦਾ ਹੋਇਆ ਮਨ ਜਿਹੜਾ ਇੱਕ ਜਗ੍ਹਾ ਤੇ ਆ ਕੇ ਟਿਕ ਗਿਆ। ਜਦੋਂ ਇਹਨੂੰ ਸਮਝਾਇਆ ਗਿਆ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਸੁਣ ਮਨ ਅੰਧੇ ਕੁੱਤੇ ਕੁੜਿਆਰ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਜਦੋਂ ਕਹਿ ਦਿੱਤਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਮਨ ਨੂੰ ਸਮਝ ਆ ਗਈ, ਫਿਰ ਮਨ ਜੋਤ ਸਰੂਪ ਹੋ ਕੇ ਟਿਕ ਗਿਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਭਾਈ ਸਾਹਿਬ ਕਹਿੰਦੇ ਜਿਵੇਂ ਹਵਾ ਵਿੱਚ ਪਤੰਗ ਉੱਡਦੀ ਹੈ, ਪਰ ਹਵਾ ਦੇ ਰੁਕਣ ਨਾਲ ਪਤੰਗ ਉੱਡਣਾ ਬੰਦ ਕਰ ਦਿੰਦੀ। ਆਪਣੇ ਮਨ ਨੂੰ ਇੱਕ ਪਤੰਗ ਦੀ ਤਰ੍ਹਾਂ ਸਮਝ ਕੇ ਚੰਚਲਤਾਈ ਰੂਪੀ ਤ੍ਰਿਸ਼ਨਾ ਰੂਪੀ ਹਵਾਵਾਂ ਤੋਂ ਇਹਨੂੰ ਬਚਾ ਕੇ ਰੱਖੋ। ਦੂਸਰੀ ਉਦਾਹਰਨ ਉਹਨਾਂ ਦਿੱਤੀ, ਕਹਿਣ ਲੱਗੇ ਕਿਸੇ ਰੱਸੀ ਨੂੰ, ਡੋਰੀ ਨੂੰ ਵੱਟ ਚਾੜ ਕੇ ਉਹਦੇ ਸਿਰੇ ਤੇ ਲਾਟੂ ਬੰਨ੍ਹ ਦਈਏ, ਤੇ ਜਦੋਂ ਤੱਕ ਉਸ ਡੋਰੀ ਦੇ ਵਿੱਚ ਮਰੋੜੀ ਰਹਿੰਦੀ ਹੈ, ਵੱਟ ਰਹਿੰਦਾ,
ਉਦੋਂ ਤੱਕ ਉਹ ਲਾਟੂ ਘੁੰਮਦਾ ਰਹਿੰਦਾ ਹੈ। ਆਸਾ ਦੀ ਵਾਰ ਵਿੱਚ ਵੀ ਸਤਿਗੁਰਾਂ ਜ਼ਿਕਰ ਕੀਤਾ ਹੈ, ਲਾਟੂ ਮਧਾਣੀਆਂ ਅਨਗਾਹ, ਪੰਖੀ ਭੌਂਦੀਆਂ ਲੈਣ ਨਾ ਸਾਹ, ਸੂਏ ਚਾੜ ਭਵਾਈਐ ਜੰਤ। ਇਹ ਸਾਰਾ ਕੁਝ ਘੁੰਮਣ ਵਾਲਾ ਹੈ, ਭਟਕਣ ਵਾਲਾ ਹੈ, ਫੇਰੀਆਂ ਲੈਣ ਵਾਲਾ ਹੈ। ਇਸੇ ਤਰ੍ਹਾਂ ਸਾਡਾ ਮਨ ਜਿਹੜਾ ਹੈ, ਜਦੋਂ ਤੱਕ ਸਾਡੇ ਮਨ ਦੇ ਅੰਦਰ ਹਉਮੈ ਦਾ, ਹੰਕਾਰ ਦਾ ਵੱਟ ਹੈ, ਉਦੋਂ ਤੱਕ ਇਹ ਮਨ ਭਟਕਦਾ ਰਹੇਗਾ। ਪਰ ਜਦੋਂ ਡੋਰੀ ਦੀ ਮਰੋੜੀ, ਡੋਰੀ ਦਾ ਵੱਟ ਖਤਮ ਹੋ ਜਾਵੇ, ਕਹਿੰਦੇ ਲਾਟੂ ਇੱਕ ਜਗ੍ਹਾ ਤੇ ਥਿਰ ਹੋ ਕੇ ਟਿਕ ਜਾਂਦਾ ਹੈ। ਭਾਈ ਸਾਹਿਬ ਨੇ ਦੂਸਰਾ ਬਚਨ ਕਿਹਾ, ਕਹਿਣ ਲੱਗੇ, ਡੋਰੀ ਕੀ ਮਰੋੜ ਜੈਸੇ ਲਟੂਆ ਫਿਰਤ ਰਹੈ, ਤਾਓ ਹਾਓ ਮਿਟੈ, ਗਿਰ ਪਰੈ ਹੋਏ ਥਕਤ ਹੈ। ਤੀਸਰਾ ਬਚਨ ਉਹਨਾਂ ਕਿਹਾ, ਕਹਿਣ ਲੱਗੇ, ਸੋਨਾ 8 ਧਾਤਾਂ ਦੇ ਵਿੱਚੋਂ ਇੱਕ ਧਾਤ ਮੰਨਿਆ ਗਿਆ, ਪਰ ਜਦੋਂ ਸੋਨੇ ਵਿੱਚ ਖੋਟ ਹੋਵੇ ਤੇ ਸੁਨਿਆਰਾ ਉਹਨੂੰ ਕੁਠਾਲੀ ਵਿੱਚ ਪਾ ਕੇ ਉਹਦੇ ਥੱਲੇ ਅੱਗ ਬਾਲਦਾ ਹੈ। ਇੱਕ ਕਸਵੱਟੀ ਹੈ ਕਿ ਜਦੋਂ ਤੱਕ ਸੋਨੇ ਵਿੱਚ ਖੋਟ ਹੈ, ਸੋਨਾ ਕੁਠਾਲੀ ਵਿੱਚ ਭੱਜਿਆ ਹੀ ਫਿਰਦਾ ਹੈ, ਕਮਲਾ ਹੋ ਕੇ ਕਦੇ ਇੱਧਰ ਨੂੰ ਕਦੇ ਉੱਧਰ ਨੂੰ। ਪਰ ਜਦੋਂ ਅੱਗ ਦਾ ਸੇਕ ਸਹਾਰ ਕੇ ਸੋਨੇ ਵਿਚਲਾ ਖੋਟ ਖਤਮ ਹੋ ਜਾਵੇ ਤੇ ਸੋਨਾ ਇੱਕ ਜਗ੍ਹਾ ਤੇ ਟਿਕ ਜਾਂਦਾ ਹੈ। ਉਸ ਟਿਕੇ ਹੋਏ ਸੋਨੇ ਨੂੰ ਫਿਰ 12 ਵੰਨੀ ਦਾ ਸ਼ੁੱਧ ਸਮਝ ਕੇ ਸੁਨਿਆਰਾ ਆਪਣੀ ਕਸਵੱਟੀ ਤੇ ਪਰਖੇ ਉਹਨੂੰ ਆਪਣੇ ਖਜ਼ਾਨੇ ਵਿੱਚ ਪਾ ਲੈਂਦਾ। ਸਾਡੇ ਮਨ ਅੰਦਰ ਵੀ ਜਦੋਂ ਖੋਟ ਹੈ, ਜਦੋਂ ਇਹਦੇ ਅੰਦਰ ਖਰਾਪਨ ਨਹੀਂ, ਜਦੋਂ ਅਸੀਂ ਸੱਚਮੁੱਚ ਗੁਰੂ ਵਾਲੇ ਨਹੀਂ ਬਣਦੇ, ਇੱਕ ਗੁਰੂ ਦੇ ਨਹੀਂ ਹੁੰਦੇ, ਸਾਡੇ ਮਨ ਵਿੱਚ ਵਹਿਮਾਂ ਭਰਮਾਂ ਦਾ, ਕਰਮ ਕਾਂਡਾਂ ਦਾ ਖੋਟਾਪਣ ਹੈ, ਉਦੋਂ ਤੱਕ ਸਾਡਾ ਮਨ ਜਿਹੜਾ ਉਹ ਭਟਕਦਾ ਰਹੇਗਾ। ਪਰ ਜਦੋਂ ਜਿਵੇਂ ਅਗਨੀ ਦਾ ਸੇਕ ਦੇ ਕੇ ਸੋਨਾ ਸ਼ੁੱਧ ਕਰ ਲਈਦਾ, ਜੇ ਕਿਤੇ ਪਰਮੇਸ਼ਰ ਦੀ ਭੈ ਰੂਪੀ ਅਗਨੀ ਵਿੱਚ ਮਨ ਨੂੰ ਸ਼ੁੱਧ ਕਰ ਦਈਏ ਤੇ ਮਨ ਵੀ ਟਿਕ ਜਾਂਦਾ ਹੈ। ਭਾਈ ਸਾਹਿਬ ਜੀ ਨੇ ਤੀਸਰਾ ਬਚਨ ਕਿਹਾ, ਕਹਿਣ ਲੱਗੇ, ਕੰਚਨ ਅਸ਼ੁੱਧ ਜਿਉ ਕੁਠਾਲੀ ਠਹਿਰਾਤ ਨਾਹੀ, ਸ਼ੁੱਧ ਭਏ ਨੇਚਲ ਸ਼ਬ ਕਹਿ ਸਕਤ ਹੈ। ਇਹ ਤਿੰਨੇ ਉਦਾਹਰਨਾਂ, ਇੱਕ ਪਤੰਗ ਦੀ, ਇੱਕ ਡੋਰੀ ਦੀ ਤੇ ਤੀਸਰੀ ਉਦਾਹਰਨ ਉਹਨਾਂ ਨੇ ਬਖਸ਼ਿਸ਼ ਕੀਤੀ ਹੈ ਕਿ ਜਿਵੇਂ ਇੱਕ ਸੋਨਾ। ਹੁਣ ਤਿੰਨੇ ਉਦਾਹਰਨਾਂ ਦੇ ਕੇ ਚੌਥੀ ਫਿਰ ਗੱਲ ਮਨ ਦੀ ਕਰਦੇ ਨੇ, ਦੁਰਮਤ ਦੁਬਦਾ ਭ੍ਰਮਤ ਚਤੁਰਕੁੰਟ। ਜਦੋਂ ਤੱਕ ਸਾਡੀ ਜ਼ਿੰਦਗੀ ਵਿੱਚ ਭੈੜੀ ਮੱਤ ਹੈ, ਜਦੋਂ ਤੱਕ ਸਾਡੀ ਜ਼ਿੰਦਗੀ ਵਿੱਚ ਦੁਬਦਾ, ਕਨਫਿਊਜ਼ਨ ਹੈ, ਦੂਜਾ ਭਾਵ ਹੈ, ਅਸੀਂ ਇੱਕ ਦੇ ਨਹੀਂ ਹੁੰਦੇ, ਉਦੋਂ ਤੱਕ ਚਾਰੇ ਦਿਸ਼ਾਵਾਂ ਦੇ ਵਿੱਚ ਮਨ ਭਟਕਦਾ ਰਹੇਗਾ। ਪਰ ਗੁਰਮਤ ਏਕ ਟੇਕ ਮੋਨ ਨਾ ਬਕਤ ਹੈ। ਜਦੋਂ ਗੁਰੂ ਦੀ ਮੱਤ ਆ ਜਾਵੇਗੀ, ਮਨ ਸਮਝਾਵਣ ਕਾਰਨ ਹੈ, ਕਛੁਕ ਪੜੀਐ ਗਿਆਨ, ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾ ਉਦਮਾਦਾ, ਖਰਕਾ ਪੈਖਰ ਤਉ ਛੂਟੈ ਜੋ ਉੱਪਰ ਲਾਦਾ। ਫਿਰ ਕਹਿੰਦੇ ਇਹ ਮਨ ਭਟਕਦਾ ਹੋਇਆ ਇੱਕ ਜਗ੍ਹਾ ਤੇ ਟਿਕ ਜਾਂਦਾ ਹੈ। ਜਦੋਂ ਇਸ ਮਨ ਨੂੰ ਸਮਝਾ ਦਈਏ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਜਦੋਂ ਮਨ ਨੂੰ ਸੰਬੋਧਨ ਕਰਕੇ ਸਮਝਾ ਦਵਾਂਗੇ, ਫਿਰ ਇਹ ਮਨ ਟਿਕਾ ਵਿੱਚ ਆ ਜਾਵੇਗਾ। ਇਸ ਲਈ ਗਰੀਬ ਨਵਾਜ਼ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪੌੜੀ ਤੋਂ ਪਹਿਲਾਂ ਜੋ 2 ਸ਼ਲੋਕ ਉਹਨਾਂ ਦੇ ਨੇ, ਉਹਦੇ ਵਿੱਚ ਜਿਵੇਂ ਕਿਰਪਾ ਕਰ ਰਹੇ ਨੇ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਸ਼ਬਦ ਵਿਚਾਰ ਨਾਲ ਜੁੜਨਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਸੇਖਾ ਚਉ ਚੱਕਿਆ ਚਉਵਾਇਆ, ਇਹੋ ਮਨ ਇਕਤ ਘਰ ਆਨ। ਇਹ ਕਿਸੇ ਦੇ ਚੁੱਕੇ ਚੁਕਾਏ ਹੋਏ, ਕਿਸੇ ਦੇ ਵਾਜੇ ਦੀ ਤਰ੍ਹਾਂ ਵੱਜ ਰਹੇ, ਹੇ ਚੁੱਕੇ ਚੁਕਾਏ ਭਟਕਣਾ ਵਿੱਚ ਪਏ ਹੋਏ, ਕ੍ਰੋਧਿਤ ਹੋਏ ਸ਼ੇਖ,
ਤੂੰ ਇਹਦੀ ਜਗ੍ਹਾ ਇਸ ਮਨ ਨੂੰ ਇਕਤ ਘਰ, ਇੱਕ ਪ੍ਰਭੂ ਵਾਲੇ ਘਰ, ਸਤਸੰਗ ਵਾਲੇ ਘਰ, ਟਿਕਾ ਵਾਲੇ ਘਰ ਵਿੱਚ ਲਿਆਉਣ ਦਾ ਯਤਨ ਕਰ। ਇਸ ਮਨ ਨੂੰ ਕਾਬੂ ਵਿੱਚ ਕਰ। ਸੇਖਾ ਚੌ ਚੱਕਿਆ ਚੌ ਵਾਇਆ, ਚਾਰ ਬੰਦਿਆਂ ਦੇ ਚੁੱਕੇ ਹੋਏ ਸੇਖ, ਚਾਰ ਬੰਦਿਆਂ ਦੇ ਭਟਕਾਏ ਹੋਏ। ਹੇ ਮਨੁੱਖ, ਤੂੰ ਕ੍ਰੋਧਿਤ ਨਾ ਹੋ, ਤੂੰ ਵਹਿਮਾਂ ਭਰਮਾਂ ਵਿੱਚ ਨਾ ਭਟਕ, ਤੂੰ ਸਗੋਂ ਇਸ ਮਨ ਨੂੰ ਆਪਣੇ ਵਸ ਵਿੱਚ ਕਰ, ਇਹਨੂੰ ਨਿਜ ਘਰ ਦੇ ਵਿੱਚ ਟਿਕਾ, ਤਾਂ ਕਿ ਇਹ ਟਿਕਿਆ ਹੋਇਆ ਮਨ ਤੈਨੂੰ ਸੁੱਖ ਦੇ ਸਕੇ। ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਵਿੰਗੀਆਂ ਟੇਡੀਆਂ ਇੱਧਰ ਉੱਧਰ ਦੀਆਂ ਗੱਲਾਂ ਛੱਡ ਤੇ ਗੁਰੂ ਦੇ ਸ਼ਬਦ ਨੂੰ ਸਮਝ, ਕਿਉਂਕਿ ਤੇਰੇ ਜੀਵਨ ਵਿੱਚ ਮੋਹ ਮਾਇਆ ਦਾ ਇੰਨਾ ਪ੍ਰਭਾਵ ਹੈ ਕਿ ਤੂੰ ਗੁਰੂ ਦੇ ਸ਼ਬਦ ਤੋਂ ਦੂਰ ਹੋ ਚੁੱਕਾ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ। ਕਹਿੰਦੇ ਆਪਣਾ ਹੀ ਰੋਲ ਕਝੋਲਾ ਤੂੰ ਪਾਈ ਜਾਂਦਾ, ਤੂੰ ਗੁਰੂ ਦੇ ਸ਼ਬਦ ਨੂੰ ਸੁਣਦਾ ਹੀ ਨਹੀਂ, ਗੁਰੂ ਦੇ ਸ਼ਬਦ ਨਾਲ ਜੁੜਦਾ ਹੀ ਨਹੀਂ, ਗੁਰੂ ਦੇ ਸ਼ਬਦ ਨੂੰ ਤੂੰ ਸਮਝਦਾ ਹੀ ਨਹੀਂ। ਤੂੰ ਐਵੇਂ ਕਰ ਕਿ ਇਹੜ ਤੇਹੜ ਛੱਡ, ਇੱਧਰ ਉੱਧਰ ਦੀਆਂ ਜਾਂ ਤੂੰ ਵਿੰਗੀਆਂ ਟੇਡੀਆਂ ਗੱਲਾਂ ਛੱਡ, ਤੂੰ ਗੁਰੂ ਦੇ ਸ਼ਬਦ ਨੂੰ ਸਮਝ। ਗੁਰੂ ਦੇ ਸ਼ਬਦ ਦੇ ਵਿੱਚ ਕੀ ਸਿੱਖਿਆ ਤੈਨੂੰ ਦਿੱਤੀ ਜਾ ਰਹੀ ਹੈ? ਸਤਿਗੁਰ ਅੱਗੇ ਟਾਹੇ ਪਾਓ, ਸਭ ਕਿਛ ਜਾਣੈ ਜਾਣ। ਉਹ ਸਤਿਗੁਰੂ ਜੋ ਅੰਤਰਜਾਮੀ ਹੈ, ਸਭ ਕੁਝ ਜਾਣਦਾ ਹੈ, ਬੜਾ ਸਿਆਣਾ ਸੁਲਝਿਆ ਸਤਿਗੁਰੂ, ਕਹਿੰਦੇ ਉਹਦੇ ਅੱਗੇ ਢਹਿ ਪਾਓ, ਉਹਦੇ ਅੱਗੇ ਡਿੱਗ ਪਾਓ, ਉਹਦੇ ਅੱਗੇ ਆਪਣਾ ਆਪ ਸਰੈਂਡਰ ਕਰ, ਸਮਰਪਿਤ ਹੋ ਜਾ ਉਸ ਸਤਿਗੁਰੂ ਨੂੰ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਏ, ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਕਹਿੰਦੇ ਐਵੇਂ ਗੁਰੂ ਦੇ ਸਨਮੁਖ ਹੋ, ਗੁਰੂ ਦੇ ਅੱਗੇ ਢਹਿ ਪਵੋ, ਗੁਰੂ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦੇ। ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ। ਆਪਣੀ ਜ਼ਿੰਦਗੀ ਦੇ ਵਿੱਚੋਂ ਆਸਾ, ਆਪਣੀ ਜ਼ਿੰਦਗੀ ਵਿੱਚੋਂ ਮਨ ਦੇ ਫੁਰਨੇ, ਇਹਨਾਂ ਨੂੰ ਤਿਆਗ ਕੇ, ਕਿਉਂਕਿ ਬੰਦਾ ਸਾਰੀ ਉਮਰ ਆਸਾ ਮਨਸਾ ਦੇ ਅਧੀਨ ਹੀ ਜਿਉਂਦਾ ਰਹਿੰਦਾ, ਤੇ ਸਾਹਿਬ ਕਹਿੰਦੇ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਤਿਆਗ ਤੇ ਇੱਕ ਮਹਿਮਾਨ ਪ੍ਰਾਹੁਣਾ ਬਣ ਕੇ ਜਗਤ ਵਿੱਚ ਰਹੋ। ਜਿਵੇਂ ਕਿਸੇ ਦੇ ਘਰ ਕੋਈ ਪ੍ਰਾਹੁਣਾ ਜਾਂਦਾ ਹੈ ਨਾ, ਕਿਸੇ ਮਜਲਿਸ ਵਿੱਚ, ਕਿਸੇ ਇਕੱਠ ਵਿੱਚ, ਕਿਸੇ ਵਿਆਹ ਵਰਗੇ ਕਾਰਜ ਵਿੱਚ ਜਦੋਂ ਕੋਈ ਪ੍ਰਾਹੁਣਾ ਜਾਂਦਾ ਹੈ ਤੇ ਉਹ ਪ੍ਰਾਹੁਣਾ ਕਿਸ ਤਰ੍ਹਾਂ ਦਾ ਹੁੰਦਾ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿੰਦੇ ਇੱਕ ਦਿਨ ਸਿੱਖਾਂ ਪੁੱਛਿਆ ਕਿ ਸਤਿਗੁਰੂ ਜੀ, ਜਗਤ ਵਿੱਚ ਅਸੀਂ ਮਹਿਮਾਨ ਬਣ ਕੇ ਕਿਵੇਂ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ? ਕਿਉਂਕਿ ਬਾਣੀ ਦੇ ਬਚਨ ਨੇ, ਜੈਸੇ ਰੈਣ ਪਰਾਉਣੇ ਉੱਠ ਚਲਸੈਂ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਜਿਉ ਸਾ ਫੁੱਲਾਂ ਕੀ ਬਾਗਾਤ। ਹੁਣ ਘਰ ਵਿੱਚ ਪ੍ਰਾਹੁਣਾ ਆਉਂਦਾ ਹੈ, ਪ੍ਰਾਹੁਣੇ ਨੂੰ ਜਲ ਪਾਣੀ ਛਕਾਇਆ ਜਾਂਦਾ ਹੈ, ਉਹਦੇ ਨਾਲ ਗੱਲਾਂ ਬਾਤਾਂ ਕਰਕੇ ਅਸੀਂ ਉਹਦਾ ਮਨੋਰੰਜਨ ਕਰਦੇ ਹਾਂ। ਪਰ ਪ੍ਰਾਹੁਣਾ ਸਾਡੇ ਨਾਲ ਗੱਲਾਂ ਬਾਤਾਂ ਵੀ ਕਰਦਾ, ਜੋ ਕੁਝ ਉਹਨੂੰ ਛਕਾਉਨੇ ਆ ਉਹ ਛਕਦਾ ਵੀ ਹੈ, ਪਰ ਉਹ ਜਿਸ ਘਰ ਵਿੱਚ ਆਇਆ ਹੁੰਦਾ ਉਹਨੂੰ ਆਪਣਾ ਪੱਕਾ ਘਰ ਨਹੀਂ ਸਮਝਦਾ। ਕਹਿੰਦਾ ਮੈਂ ਇੱਥੇ ਮਹਿਮਾਨ ਆ, ਮੈਂ ਕੁਝ ਘੰਟੇ ਰਹਿ ਕੇ, ਕੁਝ ਦਿਨ ਰਹਿ ਕੇ ਇੱਥੋਂ ਵਾਪਸ ਆਪਣੇ ਘਰ ਚਲਿਆ ਜਾਣਾ। ਤੇ ਜਿਹੜਾ ਪ੍ਰਾਹੁਣਾ ਘਰ ਆ ਕੇ ਪੱਕੇ ਡੇਰੇ ਲਾ ਲਵੇ, ਫਿਰ ਉਹਨੂੰ ਲੋਕੀ ਕਿਵੇਂ ਕੱਢਦੇ ਨੇ ਆਪਾਂ ਜਾਣਦੇ ਆ ਨਾ। ਜੇ ਸਾਡੀ ਵੀ ਇਹ ਹਾਲਤ ਬਣ ਗਈ ਵੀ ਆਏ ਤਾਂ ਜਗਤ ਵਿੱਚ ਪ੍ਰਾਹੁਣੇ ਬਣ ਕੇ, ਮਹਿਮਾਨ ਬਣ ਕੇ, ਤੇ ਆਪਾਂ ਕਹਿ ਦਿੱਤਾ ਮੇਰਾ ਘਰ, ਮੇਰੀ ਥਾਂ, ਮੇਰੀ ਜਗ੍ਹਾ, ਆਪਾਂ ਪੱਕਾ ਹੀ ਕਹੀਏ ਵੀ ਹੁਣ ਇਹ ਜਗਤ ਵਿੱਚ ਰਹਿਣਾ ਹੈ, ਤੇ ਫਿਰ ਕੀ ਹਾਲਤ ਹੋਵੇਗੀ ਸਾਡੀ? ਜਿਵੇਂ ਕੋਈ ਪ੍ਰਾਹੁਣਾ ਪੱਕਾ ਹੀ ਘਰ ਤੇ ਕਬਜ਼ਾ ਕਰਕੇ ਬਹਿ ਜਾਵੇ। ਭਾਈ ਗੁਰਦਾਸ ਜੀ ਕਹਿੰਦੇ ਅਸਲ ਪ੍ਰਾਹੁਣਾ ਉਹ ਹੈ, ਗੁਰੂ ਨੇ ਦੱਸਿਆ, ਗੁਰਮੁਖ ਸੁਗੜ ਸੁਜਾਨ ਗੁਰ ਸਮਝਾਇਆ, ਮਹਿਮਾਨੀ ਮਹਿਮਾਨ ਮਜਲਸ ਆਇਆ, ਖਵਾਲੇ ਸੋ ਖਾਣ ਪੀਐ ਪਿਆਇਆ। ਕਹਿੰਦੇ ਪ੍ਰਾਹੁਣਾ ਅਸਲ ਵਿੱਚ ਉਹ ਹੈ ਜਿਹੜਾ ਕਿਸੇ ਮਜਲਿਸ ਵਿੱਚ, ਕਿਸੇ ਇਕੱਠ ਵਿੱਚ ਜਾਂਦਾ ਹੈ ਨਾ, ਤੇ ਉਸ ਇਕੱਠ ਵਿੱਚ ਜਾ ਕੇ ਜੋ ਤਿਆਰ ਹੁੰਦਾ ਹੈ, ਜੋ ਘਰ ਵਾਲੇ ਉਹਨੂੰ
ਖਾਣ ਲਈ ਦਿੰਦੇ ਨੇ, ਪੀਣ ਲਈ ਦਿੰਦੇ ਨੇ, ਜਿਸ ਤਰ੍ਹਾਂ ਦਾ ਵੀ ਸਾਦਾ ਵਧੀਆ ਉਹ ਖਾ ਕੇ ਉਹਨਾਂ ਦਾ ਸ਼ੁਕਰਾਨਾ ਕਰਕੇ ਉਹਨਾਂ ਦੇ ਕਾਰਜ ਵਿੱਚ ਕੋਈ ਵਿਘਨ ਨਾ ਪਾ ਕੇ ਜਦੋਂ ਉੱਥੋਂ ਵਾਪਸ ਤੁਰਦਾ ਤੇ ਲੋਕੀ ਉਹਨੂੰ ਯਾਦ ਕਰਦੇ ਨੇ ਵੀ ਕੋਈ ਮਹਿਮਾਨ ਆਇਆ ਸੀ। ਤੇ ਜਿਹਦੇ ਜਾਣ ਨਾਲ ਉੱਥੇ ਖੱਲਰ ਪੈ ਜਾਵੇ, ਕਲੇਸ਼ ਪੈ ਜਾਵੇ, ਉੱਥੇ ਲੜਾਈ ਝਗੜਾ ਹੋ ਜਾਵੇ, ਲੋਕ ਤੋਬਾ ਕਰਦੇ ਨੇ ਵੀ ਇਹੋ ਜਿਹਾ ਪ੍ਰਾਹੁਣਾ ਮੁੜ ਕੇ ਕਦੇ ਨਾ ਆਵੇ। ਭਾਈ ਗੁਰਦਾਸ ਜੀ ਕਹਿੰਦੇ ਵੀ ਗੁਰੂ ਨੇ ਸਮਝਾਇਆ, ਕਹਿਣ ਲੱਗੇ ਗੁਰਮੁਖ ਸੁਗੜ ਸੁਜਾਨ ਗੁਰ ਸਮਝਾਇਆ, ਮਹਿਮਾਨੀ ਮਹਿਮਾਨ ਮਜਲਸ ਆਇਆ, ਜੋ ਕੁਝ ਖਵਾਏ ਸੋ ਖਾਨ ਪੀਐ ਪਿਆਇਆ, ਕਰੈ ਨਾ ਗਰਭ ਗੁਮਾਨ ਹਸੈ ਹਸਾਇਆ। ਉਹ ਇਹ ਨਹੀਂ ਹੰਕਾਰ ਕਰ